ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸਦੇ ਅਰਥ ਕਰਾਂਗੇ। ਅੱਜ ਗੌੜੀ ਮਹੱਲੇ ਪਹਿਲੇ ਦੇ 14ਵੇਂ ਸ਼ਬਦ ਦੀ ਵਾਰੀ ਹੈ ਜੀ। ਗੌੜੀ ਮਹੱਲਾ ਪਹਿਲਾ। ਪ੍ਰਥਮੇ ਬ੍ਰਹਮਾ ਕਾਲੇ ਘਰ ਆਇਆ, ਬ੍ਰਹਮ ਕਮਲ ਪਾਇਲ ਨਾ ਪਾਇਆ, ਆਗਿਆ ਨਹੀਂ ਲੀਨੀ ਭਰਮ ਭੁਲਾਇਆ। ਪ੍ਰਥਮੇ ਬ੍ਰਹਮਾ ਕਾਲੇ ਘਰ ਆਇਆ, ਬ੍ਰਹਮ ਕਮਲ ਪਾਇਲ ਨ ਪਾਇਆ, ਆਗਿਆ ਨਹੀਂ ਲੀਨੀ ਭਰਮ ਭੁਲਾਇਆ। ਜੋ ਉਪਜੇ ਸੋ ਕਾਲ ਸੰਘਾਰਿਆ, ਹਮ ਹਰ ਰਾਖੇ ਗੁਰ ਸ਼ਬਦ ਵਿਚਾਰਿਆ ਰਹਾਓ। ਮਾਇਆ ਮੋਹੇ ਦੇਵੀ ਸਭ ਦੇਵਾ, ਕਾਲ ਨ ਛੋਡੇ ਬਿਨ ਗੁਰ ਕੀ ਸੇਵਾ। ਓ ਅਬਨਾਸੀ ਅਲਖ ਅਬੇਵਾ, ਸੁਲਤਾਨ ਖਾਨ ਬਾਦਸ਼ਾਹ ਨਹੀਂ ਰਹਿਣਾ, ਨਾਮੋ ਭੂਲੇ ਜਮ ਕਾ ਦੁਖ ਸਹਿਣਾ। ਮੈਂ ਤਰ ਨਾਮ ਜਿਉ ਰਾਖੋ ਰਹਿਣਾ, ਚੌਧਰੀ ਰਾਜੇ ਨਹੀਂ ਕਿਸੇ ਮੁਕਾਮ। ਸਾ ਮਰੇ ਸੰਚੇ ਮਾਇਆ ਦਾਮ, ਮੈਂ ਤਨ ਦੀਜੇ ਹਰ ਅੰਮ੍ਰਿਤ ਨਾਮ। ਰਈਅਤ ਮਹਿਰ ਮੁਕੱਦਮ ਸਿਕਦਾਰੇ, ਨਿਹਚਲ ਕੋਇ ਨਾ ਦਿਸੇ ਸੰਸਾਰੇ। ਅਫਰਿਓ ਕਾਲ ਕੂੜ ਸਿਰ ਮਾਰੇ, ਨਿਹਚਲ ਏਕ ਸੱਚਾ ਸੱਚ ਸੋਈ, ਜਿਨ ਕਰ ਸਾਜੀ ਤਿਨੇ ਸਭ ਗੋਈ। ਓ ਗੁਰਮੁਖ ਜਾਪੇ ਤਾਂ ਪਤ ਹੋਈ, ਕਾਜੀ ਸੇਖ ਭੇਖ ਫਕੀਰਾ। ਵੱਡੇ ਕਹਾਵੇ ਹਉਮੈ ਤਨ ਪੀਰਾ, ਕਾਲ ਨ ਛੋਡੇ ਬਿਨ ਸਤਿਗੁਰ ਕੀ ਧੀਰਾ। ਕਾਲ ਜਾਲ ਜੇਵਾ ਅਰ ਨੈਣੀ, ਕਾਨੀ ਕਾਲ ਸੁਣੇ ਬਿਖ ਬੈਣੀ। ਬਿਨ ਸਬਦੇ ਮੂਠੇ ਦਿਨ ਰਹਿਣੀ, ਹਿਰਦੇ ਸਾਚ ਵਸੇ ਹਰ ਨਾਏ। ਕਾਲ ਨ ਜੋ ਸਕੇ ਗੁਣ ਗਾਏ, ਨਾਨਕ ਗੁਰਮੁਖ ਸ਼ਬਦ ਸਮਾਏ। ਹਿਰਦੇ ਸਾਚ ਵਸੇ ਹਰ ਨਾਏ, ਕਾਲ ਨ ਜੋ ਸਕੇ ਗੁਣ ਗਾਏ। ਨਾਨਕ ਗੁਰਮੁਖ ਸ਼ਬਦ ਸਮਾਏ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਕਹਿੰਦੇ ਹਨ ਕਿ ਕਾਲ ਭਾਵ ਕਿ ਜੋ ਵੀ ਜੀਵ ਜੰਮਿਆ ਹੈ ਉਸਨੇ ਮਰਨਾ ਹੈ ਜੀ। ਗੁਰੂ ਜੀ ਸਾਨੂੰ ਦੱਸਦੇ ਹਨ ਕਿ ਬ੍ਰਹਮ ਹੈ, ਜੋ ਬ੍ਰਹਮਾ ਸਭ ਤੋਂ ਪਹਿਲਾਂ ਸ੍ਰਿਸ਼ਟੀ ਦਾ ਕਰਤਾ ਬ੍ਰਹਮਾ, ਜੋ ਆਪਣੇ ਆਪ ਨੂੰ ਬੜਾ ਸ਼ਕਤੀਸ਼ਾਲੀ ਸਮਝਦਾ ਹੈ, ਕਾਲੇ ਭਾਵ ਮੌਤ ਦੇ ਘਰ ਵਿੱਚ ਆਇਆ। ਫਿਰ ਗੁਰੂ ਜੀ ਕਹਿੰਦੇ ਬ੍ਰਹਮਾ ਕਮਲ ਫੁੱਲ ਦੀ ਡੰਡੀ ਵਿੱਚੋਂ ਪੈਦਾ ਹੋ ਕੇ ਪਤਾਲ ਵਿੱਚ ਪਹੁੰਚ ਗਿਆ ਜੀ। ਫਿਰ ਗੁਰੂ ਜੀ ਕਹਿੰਦੇ ਹਨ ਫਿਰ ਵੀ ਉਸ ਦਾ ਅੰਤ ਨਾ ਪਾ ਸਕਿਆ ਉਹ, ਭਾਵ ਉਸਨੂੰ ਉਸਦੀ ਸਮਝ ਨਹੀਂ ਆਈ ਜੀ। ਫਿਰ ਗੁਰੂ ਜੀ ਕਹਿੰਦੇ ਨੇ ਕਿਉਂਕਿ ਉਸਨੇ ਗੁਰੂ ਦੀ ਆਗਿਆ, ਗੁਰ ਗਿਆਨ ਗੁਰ ਸ਼ਬਦ ਨਹੀਂ ਲਿਆ ਜੀ, ਨਹੀਂ ਗ੍ਰਹਿਣ ਕੀਤਾ ਜੀ, ਜਿਸ ਦੇ ਫਲ ਸਰੂਪ ਉਹ ਬ੍ਰਹਮਾ ਭਰਮਾਂ ਵਿੱਚ ਹੀ ਭੁੱਲਿਆ ਰਿਹਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਜੋ ਗੁਰਮੁਖ ਇਸ ਜਗਤ ਵਿੱਚ ਪੈਦਾ ਹੋਏ ਹਨ ਜੀ, ਫਿਰ ਗੁਰੂ ਜੀ ਕਹਿੰਦੇ ਹਨ ਉਹਨਾਂ ਨੂੰ ਕਾਲ ਨਹੀਂ ਮਾਰ ਸਕਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਸਾਨੂੰ ਪਰਮੇਸ਼ਰ ਹਾਰਨ ਨੇ ਬਚਾ ਲਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿਉਂ ਬਚਾਇਆ ਹੈ ਜੀ? ਅਸੀਂ ਗੁਰੂ ਦੇ ਗੁਰਸ਼ਬਦ ਗੁਰਬਾਣੀ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਵਿਚਾਰਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਮਾਇਆ ਨੇ ਸਾਰੇ ਦੇਵੀ ਦੇਵਤਿਆਂ ਨੂੰ ਮੋਹਿਆ ਹੋਇਆ ਹੈ ਜੀ, ਭਾਵ ਆਪਣੇ ਪ੍ਰਭਾਵ ਨਾਲ ਠੱਗਿਆ ਹੋਇਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਸ਼ਬਦ ਦੀ ਨਾਮ ਦੀ ਸੇਵਾ ਕਰਨ ਤੋਂ ਬਿਨਾਂ ਕਾਲ ਕਿਸੇ ਨੂੰ ਨਹੀਂ ਛੱਡਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹ ਪਰਮੇਸ਼ਰ ਅਲਖ ਅਤੇ ਅਭੇਵ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ
ਗੁਰਸ਼ਬਦ ਗੁਰਬਾਣੀ ਨਾਮ ਜੋ ਹੈ ਉਹ ਹਮੇਸ਼ਾ ਸਥਿਰ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਸੁਲਤਾਨ, ਖਾਨ, ਬਾਦਸ਼ਾਹ, ਰਾਜਿਆਂ ਨੇ ਕਿਸੇ ਨੇ ਵੀ ਇਸ ਸੰਸਾਰ ਵਿੱਚ ਸਦਾ ਨਹੀਂ ਰਹਿਣਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਸ਼ਬਦ ਨਾਮ ਨੂੰ ਭੁੱਲਣ ਵਾਲਿਆਂ ਨੇ ਜਮ ਦਾ ਦੁੱਖ ਸਹਿਣਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਹੇ ਪਰਮੇਸ਼ਰ ਮੈਨੂੰ ਗੁਰਸ਼ਬਦ ਨਾਮ ਦਾ ਆਸਰਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਿਸ ਤਰ੍ਹਾਂ ਤੁਸੀਂ ਮੈਨੂੰ ਰੱਖੋਗੇ ਜੀ ਮੈਂ ਉਸੇ ਤਰ੍ਹਾਂ ਹੀ ਰਵਾਂਗਾ ਜੀ। ਭਾਵ ਮੈਨੂੰ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਇਹ ਸੋਝੀ ਹੋ ਗਈ ਹੈ ਜੀ ਕਿ ਜਨਮ ਮਰਨ ਇਹ ਵੀ ਇੱਕ ਗੁਰੂ ਦਾ ਭਾਣਾ ਹੈ ਜੀ। ਜੋ ਜੰਮਿਆ ਹੈ ਉਹਨੇ ਮਰਨਾ ਵੀ ਹੈ ਜੀ। ਫਿਰ ਮੌਤ ਦਾ ਕਿਉਂ ਡਰ ਜੀ। ਫਿਰ ਗੁਰੂ ਜੀ ਕਹਿੰਦੇ ਹਨ ਚੌਧਰੀ, ਰਾਜੇ ਆਦਿ ਕਿਸੇ ਦਾ ਵੀ ਇਸ ਸੰਸਾਰ ਵਿੱਚ ਸਥਾਈ ਠਿਕਾਣਾ ਨਹੀਂ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜੋ ਸ਼ਾਹ ਹਨ ਮਾਇਆ ਵਾਲੇ ਧਨਾੜ ਮਾਇਆ ਨੂੰ ਇਕੱਠੀ ਕਰਦੇ ਰਹਿੰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰ ਉਹ ਵੀ ਅਖੀਰ 'ਚ ਮਾਰੀ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰ ਪਰਮੇਸ਼ਰ ਹਰ ਮੈਨੂੰ ਗੁਰਸ਼ਬਦ ਗੁਰਬਾਣੀ ਨਾਮ ਰੂਪ ਅੰਮ੍ਰਿਤ ਦਾ ਦਾਨ ਬਖਸ਼ੋ ਜੀ। ਗੁਰਸ਼ਬਦ ਰੂਪੀ ਸੱਚਾ ਧਨ ਬਖਸ਼ੋ ਜੀ। ਫਿਰ ਗੁਰੂ ਜੀ ਕਹਿੰਦੇ ਹਨ ਸਾਰੀ ਪ੍ਰਜਾ, ਮੁਖੀਏ, ਚੌਧਰੀ ਅਤੇ ਸਰਦਾਰ ਆਦਿ ਕੋਈ ਵੀ ਸੰਸਾਰ ਵਿੱਚ ਸਥਾਈ ਰਹਿਣ ਵਾਲੇ ਨਹੀਂ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਜੋ ਬੜੇ ਹੰਕਾਰੇ ਹੋਏ ਸ਼ਕਤੀਵਾਨ ਕਾਲ ਕੂੜੇ ਮਨੁੱਖ ਭਾਵ ਝੂਠ ਵਿੱਚ ਵਿਕਾਰਾਂ ਵਾਲੀ ਜ਼ਿੰਦਗੀ ਵਿੱਚ ਰਹਿਣ ਵਾਲੇ ਹਨ ਜੋ ਜੀਵ ਹਨ ਜੀ। ਗੁਰੂ ਜੀ ਕਹਿੰਦੇ ਹਨ ਕਾਲ ਉਹਨਾਂ ਦੇ ਸਿਰ ਵਿੱਚ ਫਿਰ ਡੰਡਾ ਮਾਰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਸਦਾ ਸਥਿਰ ਰਹਿਣ ਵਾਲਾ ਕੇਵਲ ਅਤੇ ਕੇਵਲ ਇੱਕ ਪਰਮੇਸ਼ਰ ਦਾ ਗੁਰਸ਼ਬਦ ਨਾਮ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹੀ ਸੱਚ ਨਿਰੋਲ ਸੱਚ ਰੂਪ ਅੰਮ੍ਰਿਤ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਿਸ ਪਰਮੇਸ਼ਰ ਨੇ ਇਹ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਸਨੇ ਹੀ ਉਸ ਸਿਰਜਣਹਾਰ ਨੇ ਹੀ ਇਹ ਸਾਰੀ ਸ੍ਰਿਸ਼ਟੀ ਆਪਣੇ ਵਿੱਚ ਸਮਾ ਲੈਣੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਸ ਪਰਮੇਸ਼ਰ ਦੀ ਗੁਰਸ਼ਬਦ ਗੁਰਬਾਣੀ ਨਾਮ ਦੀ ਮੱਤ ਦੁਆਰਾ ਪਛਾਣ ਹੋਣ ਤੇ ਹੀ ਜੀਵ ਮਨੁੱਖ ਦੀ ਸੱਚੀ ਦਰਗਾਹ ਵਿੱਚ ਪ੍ਰਤਿਸ਼ਠਾ ਹੁੰਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਾਜੀ, ਸ਼ੇਖ ਅਤੇ ਫਕੀਰਾਂ ਦੇ ਭੇਖ ਵਾਲੇ ਆਪਣੇ ਆਪ ਨੂੰ ਬੜਾ ਵੱਡਾ ਖਵਾਉਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰ ਉਹਨਾਂ ਦੇ ਸਰੀਰ ਵਿੱਚ ਹਉਮੈ ਦੀ ਪੀੜ ਹੁੰਦੀ ਹੈ ਜੀ। ਭਾਵ ਉਹ ਹਉਮੈ ਵਿੱਚ ਆਫਰੇ ਹੋਏ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਸਤਿਗੁਰ ਦੁਆਰਾ ਦਿੱਤੇ ਗੁਰਸ਼ਬਦ ਗੁਰਬਾਣੀ ਨਾਮ ਧੀਰਜ ਤੋਂ ਬਿਨਾਂ ਕਾਲ ਉਹਨਾਂ ਦਾ ਵੀ ਪਿੱਛਾ ਨਹੀਂ ਛੱਡਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਾਲ ਰੂਪੀ ਜਾਲ ਜੀਵ ਦੁਆਰਾ ਨਿੰਦਿਆ ਕਰਨ ਵਾਲੇ, ਅੱਖਾਂ ਦੁਆਰਾ ਪਰਾਇਆ ਰੂਪ ਵੇਖਣ ਵਾਲੇ ਅਤੇ ਕੰਨਾਂ ਦੁਆਰਾ ਵਿਸ਼ ਭਰੇ ਬੋਲ ਸੁਣਨ ਵਾਲੇ ਲੋਕਾਂ ਉੱਤੇ ਸਦਾ ਤਣਿਆ ਰਹਿੰਦਾ ਹੈ ਜੀ। ਭਾਵ ਜੋ ਜੀਵ ਪਾਪ ਕਰਦੇ ਹਨ, ਮਾਇਆਵੀ ਵਿਕਾਰਾਂ ਵਿੱਚ ਫਸੇ ਹੋਏ ਹਨ, ਕਾਲ ਉਹਨਾਂ ਦੇ ਫਿਰ ਉਹਨਾਂ ਦਾ ਪਿੱਛਾ ਨਹੀਂ ਛੱਡਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰੂ ਦੇ ਗੁਰਸ਼ਬਦ ਗੁਰਬਾਣੀ ਨਾਮ ਤੋਂ ਬਿਨਾਂ ਜੀਵ ਪ੍ਰਾਣੀ ਦੇ ਇੰਦਰੇ ਦਿਨ ਰਾਤ ਮਾਇਆਵੀ ਵਿਕਾਰਾਂ ਕਾਰਨ ਲੁੱਟੇ ਜਾ ਰਹੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹਨਾਂ ਦੇ ਹਿਰਦੇ ਵਿੱਚ
ਸਤ ਸਰੂਪ ਪਰਮੇਸ਼ਰ ਹਰ ਦਾ ਗੁਰਸ਼ਬਦ ਗੁਰਬਾਣੀ ਨਾਮ ਵਸਦਾ ਹੈ ਜੀ। ਜਿਨ੍ਹਾਂ ਦੇ ਹਿਰਦਿਆਂ ਵਿੱਚ ਗੁਰਸ਼ਬਦ ਗੁਰਬਾਣੀ ਨਾਮ ਵਸਦਾ ਹੈ ਜੀ, ਗੁਰੂ ਜੀ ਕਹਿੰਦੇ ਹਨ ਉਹਨਾਂ ਵੱਲ ਕਾਲ ਵੇਖ ਨਹੀਂ ਵੀ ਸਕਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿਉਂਕਿ ਉਹ ਹਮੇਸ਼ਾ ਪਰਮੇਸ਼ਰ ਹਰ ਦੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੇ ਗੁਣ ਗਾਇਨ ਕਰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਮੁਖ ਜੀਵ ਗੁਰਸ਼ਬਦ ਗੁਰਬਾਣੀ ਨਾਮ ਵਿੱਚ ਸੱਚ ਵਿੱਚ ਸਮਾ ਜਾਂਦੇ ਹਨ ਜੀ ਅਤੇ ਗੁਰਸ਼ਬਦ ਗੁਰਬਾਣੀ ਨਾਮ ਰੂਪ ਸੱਚ ਰੂਪ ਅੰਮ੍ਰਿਤ ਪੀਂਦੇ ਹਨ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਇਸ ਸੰਸਾਰ ਵਿੱਚ ਜੋ ਵੀ ਜੀਵ ਪ੍ਰਾਣੀ ਪੈਦਾ ਹੁੰਦਾ ਹੈ ਉਸਨੇ ਵਸਟ ਨਸ਼ਟ ਹੋਣਾ ਹੈ ਜੀ। ਚਾਹੇ ਉਹ ਬ੍ਰਹਮਾ ਹੀ ਕਿਉਂ ਨਾ ਹੋਵੇ, ਬਾਦਸ਼ਾਹ ਰਾਜੇ ਚੌਧਰੀ ਫਕੀਰ ਆਦਿ ਸਭ ਨੇ ਆਪਣਾ ਸਮਾਂ ਪਾ ਕੇ ਮਰ ਜਾਣਾ ਹੈ ਜੀ। ਗੁਰੂ ਜੀ ਕਹਿੰਦੇ ਹਨ ਬਚਣਾ ਕੇਵਲ ਉਸਨੇ ਹੈ ਜੀ ਜਿਸ ਨੇ ਸਦਾ ਸਥਾਈ ਰਹਿਣ ਵਾਲੇ ਪਰਮੇਸ਼ਰ ਦਾ ਗੁਰਸ਼ਬਦ ਨਾਮ ਦਾ ਸਿਮਰਨ ਕੀਤਾ ਹੈ ਜੀ। ਇਸ ਸ਼ਬਦ ਵਿੱਚ ਗੁਰੂ ਜੀ ਕੁਦਰਤ ਦੇ ਇੱਕ ਅਟੱਲ ਨਿਯਮ ਨੂੰ ਰਹਾਉ ਵਾਲੀ ਪੰਕਤੀ ਵਿੱਚ ਦੱਸਦੇ ਹਨ ਜੀ ਕਿ ਇਸ ਜਗਤ ਸੰਸਾਰ ਵਿੱਚ ਸਭ ਨੇ ਇੱਕ ਆਪਣਾ ਉਮਰ ਭੋਗ ਕੇ ਜਾਣਾ ਹੈ ਜੀ ਤੇ ਸਾਰਿਆਂ ਨੂੰ ਮੌਤ ਨੇ ਆਪਣੇ ਕਾਬੂ ਕੀਤਾ ਹੋਇਆ ਹੈ ਜੀ। ਅਤੇ ਕਾਲ ਦੇ ਅਰਥ ਕੇਵਲ ਮੌਤ ਨਹੀਂ ਹੈ ਜੀ। ਇਹ ਸਮਝਣ ਵਾਲੀ ਗੱਲ ਹੈ ਜੀ ਕਿ ਇਹ ਟਾਈਮ ਸਮਾਂ ਵੀ ਹੈ ਜੀ ਜੋ ਕਿ ਲੰਘਦਾ ਹੀ ਜਾ ਰਿਹਾ ਹੈ ਜੀ। ਅਸੀਂ ਵੀ ਕਈ ਵਾਰ ਕਹਿੰਦੇ ਹਾਂ ਨਾ ਕੱਲ੍ਹ ਕਰਾਂਗੇ ਔਰ ਟਾਈਮ ਲੰਘਦਾ ਹੀ ਜਾਂਦਾ ਹੈ ਜੀ। ਅਤੇ ਇਹ ਸਮਾਂ ਵੀ ਸਥਿਰ ਨਹੀਂ ਰਹਿੰਦਾ ਜੀ, ਬੀਤਦਾ ਹੀ ਜਾ ਰਿਹਾ ਹੈ ਜੀ। ਇਸ ਬਾਰੇ ਗੁਰੂ ਸਾਹਿਬ ਸਾਨੂੰ ਦੱਸਦੇ ਹਨ ਕਿ ਜੋ ਕਾਲ ਹੈ ਉਸ ਦਾ ਜਾਲ ਅੱਖਾਂ, ਜੀਭ ਅਤੇ ਕੰਨਾਂ ਉੱਤੇ ਵੀ ਉਸਦਾ ਬੜਾ ਹੀ ਅਸਰ ਹੈ ਜੀ। ਭਾਵ ਮਾਇਆਵੀ ਵਿਕਾਰਾਂ ਦੇ ਲਪੇਟ ਵਿੱਚ ਆਇਆ ਹੋਇਆ ਹੈ ਜੀ। ਸੋ ਸਿਧਾਂਤ ਇਹ ਹੈ ਜੀ ਕਿ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਆਪਣੀ ਇੰਦਰੀਆਂ ਨੂੰ, ਆਪਣੇ ਮਨ ਅਤੇ ਹਿਰਦੇ ਨੂੰ ਹੀ ਕਾਬੂ ਵਿੱਚ ਕਰਕੇ ਉਸ ਸੱਚ ਸਰੂਪ ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਦੇ ਨਾਲ ਲਿਵ ਲਗਾਉਣੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਦੋਂ ਗੁਰੂ ਦਾ ਸ਼ਬਦ ਅੰਦਰ ਹਿਰਦੇ ਅੰਦਰ ਵਸਦਾ ਹੈ ਜੀ ਤੇ ਗੁਰੂ ਦੇ ਹੁਕਮ ਦੀ ਸੋਝੀ ਹੁੰਦੀ ਹੈ ਜੀ ਕਿ ਜਨਮ ਅਤੇ ਮਰਨ ਇਹ ਸਭ ਕੁਝ ਉਸਦੇ ਹੁਕਮ ਵਿੱਚ ਹੀ ਹੋ ਰਿਹਾ ਹੈ ਜੀ। ਫਿਰ ਮੌਤ ਦਾ, ਕਾਲ ਦਾ ਡਰ ਨਹੀਂ ਲੱਗਦਾ ਜੀ। ਸੋ ਇਸ ਦਾ ਸਿਧਾਂਤ ਇਹ ਹੈ ਜੀ ਕਿ ਜਿਸ ਤਰ੍ਹਾਂ ਸਮਾਂ ਬੀਤਦਾ ਹੀ ਜਾ ਰਿਹਾ ਹੈ ਜੀ, ਕਾਲ ਬੀਤਦਾ ਹੀ ਜਾ ਰਿਹਾ ਹੈ ਜੀ, ਸੋ ਸਿੱਖ ਇਹੀ ਮਿਲਦੀ ਹੈ ਜੀ ਕਿ ਜੀਵਨ ਰਹਿੰਦਿਆਂ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਨਾਲ ਲਿਵ ਲਗਾਉਣੀ ਹੈ ਜੀ, ਜੋ ਕਿ ਸੱਚ ਰੂਪ ਅੰਮ੍ਰਿਤ ਹੈ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।